ਹਾਂਜੀ, ਦ ਖਾਲਸ ਟੀਵੀ ਤੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਫੇਰ ਸਾਡੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੁੜੇ ਹੋਏ ਨੇ ਤੇ ਕਰੋਨਾ ਵਾਇਰਸ ਦੀ ਜਿਹੜੀ ਮਹਾਮਾਰੀ ਫੈਲੀ ਹੋਈ ਹੈ, ਉਸ ਨੂੰ ਲੈ ਕੇ ਅਸੀਂ ਉਹਨਾਂ ਤੋਂ ਜਾਣਦੇ ਹਾਂ ਕਿ ਕੀ ਤਾਜ਼ਾ ਹਾਲਾਤ ਕੀ ਬਣੇ ਨੇ, ਕਿਉਂਕਿ ਬਹੁਤ ਸਾਰੀਆਂ ਅਫਵਾਹਾਂ ਵੀ ਫੈਲਦੀਆਂ ਨੇ ਇਸ ਦੌਰਾਨ ਤੇ ਬਹੁਤ ਸਾਰੇ ਵੱਖੋ ਵੱਖਰੇ ਜਿਹੜੇ ਡਾਕਟਰਾਂ ਦੇ ਵੱਲੋਂ ਵੀ ਕਹਿ ਲਈਏ ਕਿ ਵੱਖੋ ਵੱਖਰੇ ਵਿਚਾਰ ਵੀ ਸਾਹਮਣੇ ਆਉਂਦੇ ਨੇ। ਡਾਕਟਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਦ ਖਾਲਸ ਟੀਵੀ ਤੇ। ਜੀ ਬਹੁਤ ਬਹੁਤ ਤੁਹਾਡਾ ਧੰਨਵਾਦ। ਵਾਰ-ਵਾਰ ਤੁਸੀਂ ਲੋਕਾਂ ਨੂੰ ਜਾਗਰੂਕ ਕਰਦੇ ਪਏ ਹੋ, ਸੱਚਮੁੱਚ ਬੜੀ ਵੱਡੀ ਸੇਵਾ ਹੈ, ਕਿਉਂਕਿ ਕਿਸੇ ਹੋਰ ਨੂੰ ਤੰਦਰੁਸਤ ਰਹਿਣ ਦੀ ਦੁਆ ਦੇਣੀ ਆਪਣੇ ਆਪ ਵਿੱਚ ਬੜੀ ਮਾਇਨੇ ਰੱਖਦੀ ਹੈ। ਜੀ ਜੀ ਡਾਕਟਰ ਸਾਹਿਬ ਬਹੁਤ-ਬਹੁਤ ਧੰਨਵਾਦ ਤੁਹਾਡਾ ਸਭ ਤੋਂ ਵੱਧ, ਕਿਉਂਕਿ ਤੁਸੀਂ ਜਾਣਕਾਰੀ ਦੇ ਪਾਉਂਦੇ ਹੋ। ਸੋ ਡਾਕਟਰ ਸਾਹਿਬ, ਅੱਜ ਦੇ ਦਿਨ ਦੀ ਕੀ ਲੇਟੈਸਟ ਰਿਪੋਰਟ ਹੈਗੀ ਹੈ? ਕਈ ਖਬਰਾਂ ਆ ਰਹੀਆਂ ਨੇ ਕਿ ਜਿਸ ਤਰ੍ਹਾਂ ਵਾਇਰਸ ਹੈ ਉਹ ਆਪਦਾ ਰੂਪ ਬਦਲ ਰਿਹਾ ਹੈਗਾ, ਕੁਝ ਇਸ ਤਰ੍ਹਾਂ ਦਾ ਸੁਣਨ ਨੂੰ ਮਿਲ ਰਿਹਾ। ਕੀ ਅਪਡੇਟ ਕੀ ਹੈ? ਜੀ, ਇਸ ਅਪਡੇਟ ਲਈ ਮੈਂ ਥੋੜੇ ਸੌਖੇ ਸ਼ਬਦਾਂ ਵਿੱਚ, ਕਿਉਂਕਿ ਕਿਸੇ ਡਾਕਟਰ ਨੂੰ ਜਾਂ ਕੋਈ ਖੋਜੀ ਨੂੰ ਸੌਖੇ ਤਰੀਕੇ ਸਮਝ ਆ ਜਾਣਗੀਆਂ ਗੱਲਾਂ, ਪਰ ਕਿਸੇ ਆਮ ਨੂੰ, ਲੇਮੈਨ ਨੂੰ, ਜਿਹਨੂੰ ਇੰਨੀ ਬਰੀਕੀ ਵਿੱਚ ਸਾਇੰਸ ਦਾ ਨਾ ਗਿਆਨ ਹੋਵੇ, ਉਹਨੂੰ ਥੋੜੇ ਸੌਖੇ ਤਰੀਕੇ ਨਾਲ ਮੈਂ ਸਮਝਾਵਾਂ ਤਾਂ ਉਹਨਾਂ ਨੂੰ ਮੇਰਾ ਖਿਆਲ ਅੰਦਾਜ਼ਾ ਹੋਏਗਾ ਕਿ ਕਿਉਂ ਇਹ ਜੋ ਅਸੀਂ ਇਸ ਵੇਲੇ ਬੰਦ ਕੀਤਾ ਇੱਕ ਤਰੀਕੇ ਜਾ ਰਿਹਾ ਹੈ, ਇਹ ਕਿਉਂ ਜ਼ਰੂਰੀ ਹੈ ਤੇ ਕਿਉਂ ਸਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਰਕਾਰਾਂ ਇਸ ਪਾਸੇ ਨੂੰ ਤੁਰੀਆਂ ਨੇ। ਕਿਉਂਕਿ ਰਤਾ ਧਿਆਨ ਕਰਿਓ ਕਿ ਜਿਨ੍ਹਾਂ ਮੁਲਕਾਂ 'ਚ ਪਹਿਲਾਂ ਹੈ ਸੀ, ਜਾਂ ਚੀਨ ਜਾਂ ਅਮਰੀਕਾ ਜਾਂ ਜਿਹੜੇ ਵੀ ਤੁਸੀਂ ਗਿਣ ਰਹੇ ਹੋ ਸਾਰੇ, ਉਹਨਾਂ ਥਾਵਾਂ ਤੇ ਉਹਨਾਂ ਕੋਲ ਮਾਲੀਆ ਵੀ ਖੁੱਲਾ ਜੇ, ਯਾਨੀ ਉਹ ਖਰਚਾ ਕਰ ਸਕਦੇ ਨੇ। ਉਹਨਾਂ ਨੇ ਖਰਬਾਂ ਕੱਢ ਦਿੱਤਾ, ਲੋਕਾਂ ਲਈ ਹਸਪਤਾਲ ਬਣਾ ਲਏ, ਦਵਾਈਆਂ ਕੱਢ ਲਈਆਂ, ਟੀਕੇ ਕੱਢ ਲਏ, ਯਾਨੀ ਸਭ ਕੁਝ ਕਰ ਸਕੇ। ਪਰ ਸਾਡੀ ਜਿਹੜੀ ਅਸਲੀਅਤ ਹੈ, ਜੋ ਸਰਕਾਰ ਨੇ ਅੰਕੜੇ ਇਸ ਵੇਲੇ ਕੱਢ ਦਿੱਤੇ ਨੇ, ਗਵਰਨਮੈਂਟ ਦੀ ਰਿਪੋਰਟ ਹੈ ਸਾਡੀ ਇੰਡੀਅਨ ਗਵਰਨਮੈਂਟ ਦੀ, ਕਿ 84,000 ਬੰਦਿਆਂ ਪਿੱਛੇ ਸਾਡੇ ਕੋਲ ਇੱਕ ਆਈਸੋਲੇਸ਼ਨ ਬੈੱਡ ਹੈ ਅੱਜ। ਤੇ ਇਹ ਅਸੀਂ ਵੇਖੀਏ 36,000 ਮਰੀਜ਼ਾਂ ਪਿੱਛੇ ਇੱਕ ਕੁਆਰੰਟਾਈਨ ਬੈੱਡ ਜੇ। ਇਹ ਬਹੁਤ ਫਿਕਰ ਵਾਲੇ ਅੰਕੜੇ ਨੇ। ਸੋ ਜੇ ਅਸੀਂ ਇਹਨੂੰ ਜਾਣੀਏ, ਮਤਲਬ ਇਹ ਮੈਂ ਫਿਰ ਦੁਬਾਰਾ ਦੁਹਰਾ ਦਿਆਂ, ਕਿਤੇ ਵੀ ਅਸੀਂ ਕੋਈ ਡਰਾਉਣ ਜਾਂ ਘਬਰਾਹਟ ਪਾਉਣ ਵਾਲੀ ਗੱਲ ਨਹੀਂ ਕਰ ਰਹੇ, ਸਿਰਫ ਸੌਖੇ ਤਰੀਕੇ ਸਮਝਾ ਰਹੇ ਹਾਂ ਕਿ ਇਹ ਜਦੋਂ ਸਾਡੇ ਹਾਲਾਤ ਹੋਣ, ਜਿੱਥੇ ਖਾਸ ਕਰ ਪੰਜਾਬ ਕਰਜ਼ਈ ਹੋਵੇ, ਜਿੱਥੇ ਡਾਕਟਰ ਪੂਰੇ ਨਾ ਹੋਣ, ਜਿੱਥੇ ਦਵਾਈਆਂ ਨਾ ਹੋਣ, ਜਿੱਥੇ ਵੈਂਟੀਲੇਟਰ ਨਾ ਹੋਣ, ਜਿੱਥੇ ਕਿਟਸ ਪੂਰੀਆਂ ਨਾ ਹੋਣ, ਤਾਂ ਫਿਰ ਕਿਸੇ ਤਰੀਕੇ ਜਾਨ ਬਚਾਉਣ ਲਈ ਜ਼ਰੂਰੀ ਜੇ ਕਿ ਇਹੋ ਜਿਹੀ ਆਈਸੋਲੇਸ਼ਨ ਹੋਣੀ, ਜਿਹਨੂੰ ਅੱਜ ਦੇ ਦਿਨ ਮਜ਼ਾਕ ਸਮਝਿਆ ਜਾ ਰਿਹਾ ਹੈ, ਜਿਹਦੇ ਹੈਰਾਨੀ ਹੁੰਦੀ ਹੈ ਜਦੋਂ ਤੁਸੀਂ ਫੇਸਬੁੱਕ ਜਾਂ ਵਟਸਐਪ ਤੇ ਜਾਂ ਟਵਿੱਟਰ ਤੇ ਮਜ਼ਾਕ ਚੱਲਦਾ ਵੇਖੋ ਕਿ ਇਹ ਅਸੀਂ ਅੱਜ ਬੈਠੇ ਹਾਂ, ਅੱਜ ਦਾਰੂ ਪੀਣੀ ਜੇ, ਅੱਜ ਕਿਵੇਂ ਕਰਨਾ, ਸ਼ਾਮ ਨੂੰ ਘਰਾਂ 'ਚ ਲੜਾਈ ਪੈ ਜਾਣੀ ਹੈ, ਨਿਕਲੀਏ, ਸਵੇਰ ਦੀ ਉਡੀਕ ਕਰ ਰਹੇ ਹਾਂ। ਬਿਲਕੁਲ ਡਾਕਟਰ ਸਾਹਿਬ, ਸ਼ੋਸ਼ੇਬਾਜ਼ੀ ਦੇ ਵਿੱਚ ਸ਼ਾਇਦ ਆਮ ਬੰਦਾ ਸਮਝ ਨਹੀਂ ਰਿਹਾ ਕਿ ਬਚਾਇਆ ਸਿਰਫ ਉਸ ਦੀ ਜਾਨ ਨੂੰ ਜਾਇਆ ਜਾ ਰਿਹਾ, ਕੋਈ ਹੋਰ ਦੇ ਨਹੀਂ। ਆਪਣੀ ਜਾਨ ਬਚਾ ਰਹੇ ਹੋ ਜੇ ਅੰਦਰ ਤੜੇ ਹੋ, ਤੇ ਉਹਦੇ ਵਿੱਚ ਥੋੜਾ ਸਮਝਣ ਦੀ ਜੇ ਕੋਸ਼ਿਸ਼ ਕਰਾਂਗੇ ਤਾਂ ਗੰਭੀਰਤਾ ਜੋ ਕਰੋਨਾ ਦੇ ਨਾਲ ਜੁੜੀ ਹੈ, ਸ਼ਾਇਦ ਸਮਝ ਆ ਜਾਵੇ ਕਿ ਇਹਨੂੰ ਇੰਨਾ ਵੀ ਮਜ਼ਾਕ ਨਾ ਸਮਝ ਕੇ ਅਸੀਂ ਬਿਲਕੁਲ ਹੀ ਯਾਨੀ ਖੁੱਲੇ ਆਪਾਂ ਮਜ਼ਾਕ ਦੇ ਉੱਤੇ ਉਤਰ ਆਏ ਨੂੰ, ਮਜ਼ਾਕ ਬਣਾ ਕੇ ਇੱਕ ਇਹਦੇ ਤੇ ਗੀਤ ਸੰਗੀਤ ਵੀ, ਉਹ ਚਲੋ ਹਾਸੇ ਵਾਲੀਆਂ ਗੱਲਾਂ ਰਹਿਣੀਆਂ ਚਾਹੀਦੀਆਂ ਨੇ। ਪਰ ਮੈਂ ਦੱਸਣਾ ਚਾਹੁੰਦੀ ਹਾਂ, ਕਰੋਨਾ ਹੈ ਵਾਇਰਸ ਅਸਲ ਵਿੱਚ ਇੱਕ RNA ਜਾਂ DNA ਹੁੰਦੇ ਜੇ ਸਾਡੇ, ਯਾਨੀ RNA DNA ਤੋਂ ਵੀ ਮਹੀਨ ਚੀਜ਼ ਹੈ, ਜਿਹਨੂੰ ਅਸੀਂ ਗਿਣਦੇ ਹੀ ਕੱਖ ਨਹੀਂ, ਕਿ ਕਰਨ ਜੋਗਾ ਹੀ ਕੁਛ ਨਹੀਂ। ਤੇ ਉਹ ਜਦੋਂ ਆਪਣੀ ਸ਼ਕਲ ਤਬਦੀਲ ਕਰਦਾ ਜੇ ਕੋਈ ਵੀ ਵਾਇਰਸ, ਜਿਵੇਂ ਪਿਛਲੇ ਪ੍ਰੋਗਰਾਮ 'ਚ ਵੀ ਆਪਾਂ ਦੱਸਿਆ ਸੀ, ਮੈਂ ਤਾਂ ਦੁਬਾਰਾ ਉੱਥੋਂ ਹੀ ਸ਼ੁਰੂ ਕੀਤਾ ਕਿਉਂਕਿ ਹੁਣ ਤਾਂ ਸਮਝ ਆਏਗੀ ਕਿ ਨਵੀਂ ਚੀਜ਼ ਕੀ ਆਈ ਜੇ। ਜੀ ਬਿਲਕੁਲ। ਤੇ ਉਹ ਵਾਇਰਸਿਸ ਕੀ ਕਰਦੀਆਂ ਨੇ, ਜਦੋਂ ਆਮ ਤੌਰ ਤੇ ਜੋ ਜਾਨਵਰਾਂ ਵਿੱਚ ਹੀ ਰਹਿੰਦੀਆਂ ਨੇ, ਤਾਂ ਉਹਨਾਂ ਨੂੰ ਛੇੜਛਾੜ ਕੀਤੀ ਜਾਏ ਜਾਨਵਰਾਂ ਤੋਂ, ਜਦੋਂ ਇਨਸਾਨ ਵੱਲ ਨੂੰ ਤੁਰ ਆਉਣ, ਤਾਂ ਉਹ ਆਪਣੇ ਅੰਦਰ ਮਿਊਟੇਸ਼ਨ ਯਾਨੀ ਆਪਣੀ ਸ਼ਕਲ ਸੂਰਤ ਬਦਲਦੀਆਂ ਨੇ ਉਹਦੇ ਅੰਦਰੋਂ। ਉਸ ਤਬਦੀਲੀ ਨਾਲ ਉਹ ਇਨਸਾਨ ਨੂੰ ਚਿੰਬੜਦੀਆਂ ਨੇ, ਅਦਰਵਾਈਜ਼ ਉਹ ਚਿੰਬੜ ਹੀ ਨਹੀਂ ਸਕਦੀਆਂ ਜਦ ਤੱਕ ਉਹ ਉਹਦੇ ਹਿੱਸੇ ਦਾ ਕੁਝ ਅੰਸ਼ ਨਾ ਅਪਣਾ ਲੈਣ। ਤੇ ਅਪਣਾਉਣ ਤੋਂ ਬਾਅਦ ਜਦੋਂ ਸਰੀਰ ਤੇ ਹੱਲਾ ਬੋਲਦੀਆਂ ਨੇ, ਤਾਂ ਉਦੋਂ ਤੱਕ ਸਾਡਾ ਸਰੀਰ, ਕਿਉਂਕਿ ਉਹੀ ਜਿਹੀ ਚੀਜ਼ ਨੂੰ ਕਦੇ ਅੱਗੇ ਉਹਨੇ ਸਮਝਿਆ ਹੀ ਨਹੀਂ ਹੁੰਦਾ, ਵੇਖਿਆ ਹੀ ਨਹੀਂ ਹੁੰਦਾ, ਤਾਂ ਪਹਿਲੇ ਕੁਝ ਜਣਿਆਂ ਤੇ ਜਦੋਂ ਹੱਲਾ ਬੋਲਿਆ ਜਾਂਦਾ, ਨਾ ਡਾਕਟਰ ਨੂੰ ਸਮਝ ਹੁੰਦੀ ਹੈ, ਨਾ ਮਰੀਜ਼ ਨੂੰ ਸਮਝ ਹੁੰਦੀ ਹੈ ਕੀ ਹੋ ਰਿਹਾ। ਸੋ ਉਹ ਉਸ ਕਰਕੇ ਸ਼ੁਰੂ ਦੇ ਵਿੱਚ ਮੌਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿ ਸਾਨੂੰ ਉਹਦੀ ਸੀਰੀਅਸਨੈਸ ਦਾ ਸਮਝ ਹੀ ਨਹੀਂ ਹੁੰਦੀ, ਤੇ ਨਾ ਅਸੀਂ ਚੀਜ਼ ਵੇਖੀ ਸੁਣੀ ਹੁੰਦੀ ਹੈ,
ਤੇ ਉਹ ਚੀਜ਼ ਵੀ ਨਵੀਂ ਹੁੰਦੀ ਹੈ। ਸੋ ਉਹਨੂੰ ਸਮਝਣ 'ਚ ਜਿੰਨਾ ਸਮਾਂ ਲੱਗਦਾ ਹੈ ਖੋਜੀਆਂ ਨੂੰ, ਜੀ ਉਹ ਚਿਰ ਤੱਕ ਉਹ ਤਬਾਹੀ ਮਚਾ ਜਾਂਦੀ ਹੈ। ਠੀਕ ਹੈ। ਕੀ ਕਾਰਨ ਸੀ? ਜਦੋਂ H1N1 ਆਈ, ਯਾਨੀ ਸੂਰਾਂ ਤੋਂ ਆਈ, ਫਿਰ ਕੁਝ ਪੰਛੀਆਂ ਤੋਂ ਆਈਆਂ, ਇਹ ਚੀਜ਼ਾਂ ਜਦੋਂ ਤਬਦੀਲ ਹੋ ਕੇ ਆਈਆਂ, ਇਹਨਾਂ ਨੇ ਇੱਕਦਮ ਤਬਾਹੀ ਮਚਾਈ। ਤਾਂ ਉਹ ਕੋਈ ਊਠਾਂ ਤੋਂ ਆਈ, ਇਸ ਤਰੀਕੇ ਇਹ ਸ਼ਕਲ ਤਬਦੀਲ ਕੀਤੀ ਤੇ ਉਹਨੂੰ ਫਿਰ ਅਸੀਂ ਕਿਉਂਕਿ ਉਹ ਸ਼ਕਲ ਤਬਦੀਲ ਕਰਕੇ, ਹੁਣ ਅਗਲਾ ਮੈਂ ਸ਼ਬਦ ਜ਼ਰਾ ਤੱਕ ਧਿਆਨ ਦੇਣਾ, ਤਬਦੀਲ ਕਰਕੇ ਟਿਕੀ ਰਹੀ। ਅੱਛਾ। ਸ਼ਕਲ ਬਦਲੀ ਤੇ ਉੱਥੇ ਤੱਕ ਹੀ ਸੀਮਤ ਰਹਿ ਗਈ, ਉੱਥੋਂ ਫਿਰ ਅਗਾਂਹ ਨਹੀਂ ਤੁਰੀ। ਤਾਂ ਉਹ ਕਾਬੂ ਵਿੱਚ ਹੋਏ ਇਹੋ ਜਿਹੇ ਜਿੰਨੇ ਵੀ ਪਿਛਲੇ ਵਰ੍ਹਿਆਂ 'ਚ ਇਹ ਚੀਜ਼ਾਂ ਅਸੀਂ ਦੇਖੀਆਂ, ਜਿਵੇਂ ਪਲੇਗ ਤੋਂ ਲੈ ਕੇ ਹੁਣ ਤੱਕ, ਇਹ ਸਭ ਕੁਝ ਅਸੀਂ ਰੋਕ ਸਕੇ, ਉਹਦੇ ਟੀਕੇ ਬਣਾ ਲਏ ਗਏ ਕਿਉਂਕਿ ਉਹਦੀ ਸਟੱਡੀ ਹੋ ਸਕੀ ਤੇ ਉਹ ਵਾਇਰਸ ਉੱਥੇ ਤੱਕ ਹੀ ਸੀਮਤ ਰਹੀ ਸੀ। ਜਿਵੇਂ ਸਮਾਲ ਪੌਕਸ ਨੂੰ ਅਸੀਂ ਕਦੇ ਰੈਡੀਕੇਟ ਕਰ ਸਕੀ, ਉਹ ਰੈਡੀਕੇਟ ਕਰ ਸਕੇ। ਇਹ ਚੀਜ਼ਾਂ ਸਾਰੀਆਂ ਤਾਂ ਕਿਉਂਕਿ ਇਹਨਾਂ ਨੇ ਸ਼ਕਲ ਬਦਲੀ ਨਹੀਂ ਸੀ ਜੀ। ਇਸੇ ਤਰ੍ਹਾਂ ਹੀ ਰਹੀਆਂ, ਇਹਨਾਂ ਦੇ ਟੀਕੇ ਬਣ ਗਏ। ਬਿਲਕੁਲ ਇਹੋ ਕੁਝ ਸੋਚ ਕੇ ਹੁਣ ਤੱਕ ਅਸੀਂ ਬੜੇ ਖੁਸ਼ ਸਾਂ ਕਿ ਇਹ ਵਾਇਰਸ ਕੁਝ ਹਲਕੀ ਜੇ ਸ਼ਾਇਦ, ਤੇ ਇਹ ਛੇਤੀ ਅਸੀਂ ਇਹਨੂੰ ਕਾਬੂ ਵਿੱਚ ਕਰ ਸਕਾਂਗੇ। ਜੀ ਕਿਉਂਕਿ ਅਸੀਂ ਲੱਭ ਲਿਆ ਇਹਦਾ, ਜਿਸ ਤਰੀਕੇ ਦੀ ਇਹਦੀ ਸ਼ਕਲ ਸੂਰਤ ਸੀ ਲੱਭੀ ਜਾ ਚੁੱਕੀ ਹੈ, ਤੇ ਇਸ ਕਰਕੇ ਇਹਨੂੰ ਹੁਣ ਅਸੀਂ ਖਤਮ ਵੀ ਕਰ ਸਕਾਂਗੇ। ਉਸੇ ਲਈ ਅਲੱਗ-ਅਲੱਗ ਢੰਗ ਤਰੀਕੇ ਲੱਭੇ ਜਾ ਰਹੇ ਸਨ ਕਿ ਅਸੀਂ ਇਹਨੂੰ ਯਾਨੀ ਅਸੀਂ ਆਈਸੋਲੇਟ ਹੋ ਜਾਈਏ, ਬਿਲਕੁਲ ਤੇ ਅਸੀਂ ਇਹਨੂੰ, ਕਿਉਂਕਿ ਹਵਾ ਰਾਹੀਂ ਨਹੀਂ ਆਉਂਦੀ, ਇਹ ਚੀਜ਼ਾਂ ਤੇ ਡਿੱਗਦੀ ਹੈ, ਉੱਥੋਂ ਹੀ ਸਿਰਫ ਅਸੀਂ ਇਹਨਾਂ ਤੋਂ ਬਚ ਸਕਦੇ ਹਾਂ। ਬਿਲਕੁਲ ਬਿਲਕੁਲ ਤਰੀਕੇ ਦੀ ਅਸੀਂ ਸਾਰੀ ਚੀਜ਼ ਸੋਚੀ ਹੋਈ ਸੀ ਕਿ ਇਹ ਹੁਣ, ਕਿਉਂਕਿ ਇਹਦਾ ਵਾਇਰਸ ਦੇ ਅੰਦਰਲਾ ਜਿਹੜਾ ਅਸੀਂ RNA ਸਟੱਡੀ ਕਰ ਚੁੱਕੇ ਕਿ ਇਹਦੇ ਵਿੱਚ 88% ਬੈਟਸ ਦਾ ਹੈ। ਸੋ ਇਹ ਇਨਸਾਨ ਨੂੰ ਪਹੁੰਚੀ ਹੈ ਬੈਟ ਤੋਂ, ਪਰ ਇਸ ਵਾਇਰਸ ਦੀ ਕਮਾਲ ਦੇਖੋ, ਸਿਰਫ 2 ਹਫ਼ਤਿਆਂ ਵਿੱਚ ਹਾਂਜੀ ਨਾ ਵਾਇਰਸ ਨੇ ਆਪਣੀ ਸ਼ਕਲ ਤਬਦੀਲ ਕੀਤੀ, ਮਿਊਟੇਸ਼ਨ ਹੋਈ, ਤੇ ਜੀ ਨੇ 2 ਹਫ਼ਤਿਆਂ ਦੇ ਅੰਦਰ ਅੰਦਰ ਜੋ ਪਹਿਲਾਂ ਬੈਟਸ ਤੋਂ ਹਿਊਮਨ ਤੱਕ ਸੀ, ਉਹ ਹਿਊਮਨ ਟੂ ਹਿਊਮਨ ਅੱਗੋਂ ਸ਼ੁਰੂ ਹੋ ਗਈ, ਯਾਨੀ ਉਹਨੇ ਇੱਕ ਦੂਜਾ ਰਾਹ ਲੱਭ ਲਿਆ। ਦੂਜਾ ਰਾਹ ਲੱਭ ਲਿਆ। ਪਰ ਡਾਕਟਰ ਸਾਹਿਬ, ਤੁਸੀਂ ਇਹ ਵੀ ਦੱਸਿਆ ਸੀ ਕਿ ਜਿਹੜਾ ਹੈ ਵਾਇਰਸ ਹੈ, ਉਹ ਆਪਣਾ ਸ਼ਕਲ ਬਦਲਣ ਦੇ ਵਿੱਚ 1 ਸਾਲ ਲੈਂਦੀ ਹੈ, ਜਾਂ ਕਹਿ ਲਈ ਕਿ ਹਰ ਸਾਲ ਉਹਦੀ ਸ਼ਕਲ ਬਦਲਦੀ ਹੈ, ਪਰ ਇਹ 2 ਹਫ਼ਤਿਆਂ ਬਾਅਦ ਹੀ ਬਦਲ 2 ਰਹੀ ਹੈ। ਹਫ਼ਤਿਆਂ ਬਾਅਦ ਜੀ ਇਹ ਤਬਦੀਲ ਹੋਇਆ। ਅਸੀਂ ਫਿਰ ਵੀ ਬਹੁਤ ਖੁਸ਼ ਹਾਂ ਕਿ ਇਹਦਾ ਸਾਰਾ ਕੁਝ ਲੱਭ ਲਿਆ ਗਿਆ, ਤਾਂ ਯਕੀਨਨ ਇਹ ਹਾਲੇ ਵੀ ਅਸੀਂ ਕਾਬੂ ਵਿੱਚ ਕਰ ਸਕਾਂਗੇ, ਕਿਉਂਕਿ ਥੋੜੇ ਸਮੇਂ ਵਿੱਚ ਚੀਨ ਵਿੱਚ ਲੈਬੋਰੇਟਰੀਆਂ ਵਿੱਚ ਇਹਦੇ ਤੇ ਖੋਜ ਵੀ ਹੋਈ, ਇਹਦੇ ਤੇ ਦਵਾਈਆਂ ਵੀ ਲੱਭ ਲਈਆਂ ਗਈਆਂ, ਸਭ ਕੁਝ ਕਰ ਲਿਆ ਗਿਆ। ਸੋ ਲੱਗਿਆ ਕਿ ਟੀਕਾ ਲਗਭਗ ਤਿਆਰ ਹੈ, ਬਚ ਜਾਏਗਾ, ਤੇ ਇਹ ਹੁਣ ਅਸੀਂ ਇਹਨੂੰ ਰੋਕ ਸਕਾਂਗੇ। ਜੀ ਕਮਾਲ ਇਹ ਹੋਈ ਜੇ ਕਿ 2 ਹਫ਼ਤਿਆਂ ਦੇ ਵਿੱਚ ਇਸ ਨੇ ਦੁਬਾਰਾ ਫਿਰ ਸ਼ਕਲ ਉਦੋਂ ਬਦਲੀ ਜਦੋਂ ਅਸੀਂ ਟੀਕਾ ਲਗਭਗ ਇਜਾਦ ਹੋ ਗਿਆ, ਟੈਸਟ ਵੀ ਹੋ ਗਿਆ। ਸਭ ਨੇ ਪੜ੍ਹਿਆ ਹੋਣਾ, ਸੁਣਿਆ ਹੋਣਾ, ਅਮਰੀਕਾ ਦੇ ਵਿੱਚ ਹੋਇਆ ਸੀਗਾ ਜੀ, ਇਹਦੇ ਉੱਤੇ ਟੀਕਾ ਟੈਸਟ ਵੀ ਕਰ ਲਿਆ ਗਿਆ, ਤੇ ਸ਼ਾਇਦ ਹੁਣ ਅਸੀਂ ਇਹਨੂੰ ਕਾਬੂ ਵਿੱਚ ਕਰ ਲਵਾਂਗੇ। ਉਦੋਂ ਹੁਣ ਲੱਭਿਆ ਕਿ ਇਹਦੇ ਵਿੱਚ ਜਦੋਂ ਤਿਆਰ ਲਗਭਗ ਟੀਕਾ ਸੀ, ਕਿ ਇਹਦੇ ਸਟ੍ਰੇਨਸ ਜੋ ਪਹਿਲਾਂ ਇੱਕ ਸੀ ਕੱਲਾ S, ਉਹਨੇ ਇੱਕ ਹੋਰ ਸਟ੍ਰੇਨ LV ਆਪਣਾ ਬਣਾ ਲਿਆ। 2 ਹਫ਼ਤਿਆਂ ਤੋਂ ਵੀ ਘੱਟ ਸਮੇਂ ਵਿੱਚ ਇਸ ਵਾਇਰਸ ਨੇ ਆਪਣੇ 2 ਵੱਖੋ ਵੱਖ ਹਿੱਸੇ ਤਿਆਰ ਕਰ ਲਏ ਜੀ। ਹੁਣ ਯਾਨੀ ਇੱਕ ਸਾਡੇ ਲਈ ਚੈਲੰਜ ਇਹ ਹੋ ਗਿਆ, ਜਿਹਨੂੰ ਅਸੀਂ ਸ਼ਬਦ ਵਰਤਦੇ ਹਾਂ ਸਲਿਪਰੀ ਜੀਨੋਮ, ਯਾਨੀ ਉਹ ਇਸ ਵਾਇਰਸ ਦਾ ਅੰਦਰਲਾ ਹਿੱਸਾ ਜੇ ਜਿਹੜਾ ਬੜੀ ਤੇਜ਼ੀ ਨਾਲ ਤਬਦੀਲ ਹੋਈ ਜਾ ਰਿਹਾ, ਤੇ ਮਨੁੱਖੀ ਹੱਥਾਂ ਵਿੱਚ ਕਾਬੂ ਹੀ ਨਹੀਂ ਆ ਰਿਹਾ ਕਿ ਕਰ ਕੀ ਰਿਹਾ ਤੇ ਕਰਨਾ ਕੀ ਚਾਹ ਰਿਹਾ। ਸਾਡੇ ਕੋਲੋਂ ਉਹਦੀ ਸਮਝ ਹੀ ਨਹੀਂ ਹੋ ਰਹੀ ਕਿ ਇਹ ਕਿੱਥੇ ਤੇ ਕਿਵੇਂ ਤੁਰਦਾ ਜਾ ਰਿਹਾ। ਤੇ ਕਾਰਨ ਵੱਡਾ ਇਹ ਲੱਭਿਆ ਕਿ ਜਿਵੇਂ ਨੇੜੇ ਤੇੜੇ ਅਸੀਂ ਸਾਰੇ ਹੋ ਰਹੇ ਹਾਂ, ਓਨੀ ਇਹ ਬੰਦੇ ਤੋਂ ਬੰਦੇ ਅਗਾਂਹ ਤੁਰਨਾ ਸ਼ੁਰੂ ਹੋਇਆ। ਸੋ ਖਿਆਲ ਕੀਤਾ ਗਿਆ ਕਿ ਇਹ ਕਿਉਂਕਿ ਦੂਰ ਖੜੇ ਬੰਦੇ ਨੂੰ ਵੀ ਹੋ ਰਿਹਾ ਜੇ, ਤਾਂ ਇਹ ਸ਼ਾਇਦ ਹਵਾ ਰਾਹੀਂ ਨਹੀਂ ਜਾ ਰਹੀ, ਇਹ ਚੀਜ਼ਾਂ ਉੱਤੇ ਡਿੱਗਦੀ ਹੈ ਜਿੱਥੋਂ ਅਸੀਂ ਮੂੰਹ ਰਾਹੀਂ ਲੈ ਜਾਂਦੇ ਹਾਂ। ਸੋ ਹੱਥ ਧੋਣ ਤੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਗਿਆ ਕਿ ਸਫਾਈ ਰੱਖੀਏ, ਹੱਥ ਰੱਖੀਏ, ਹੱਥ ਸਾਫ਼ ਰੱਖੀਏ, ਤੇ ਨਾਲ ਮੂੰਹ ਤੇ ਨਾ ਲਾਈਏ, ਕਿਉਂਕਿ ਇਹ ਸਮਝਿਆ ਗਿਆ ਕਿ ਹਵਾ ਰਾਹੀਂ ਇਹ ਤੁਰਦੀ ਨਹੀਂ। ਇਹ ਵਾਇਰਸ ਮੋਟੀ ਜੇ, ਥੱਲੇ ਬਹਿ ਜਾਂਦੀ ਜੇ, ਭਾਰੀ ਜੇ,
ਕਰਕੇ ਅਸੀਂ ਇਹ ਸੋਚ ਲਿਆ ਕਿ ਇਹ ਵਾਇਰਸ ਕੋਈ ਬਹੁਤਾ ਖਤਰਾ ਨਹੀਂ ਕਰੇਗੀ। ਜੀ। ਅ, ਕਮਾਲ ਦੀ ਗੱਲ ਇਹ ਵੇਖੋ ਕਿ ਇਹ ਸਾਰਾ ਕੁਝ ਹੋਣ ਦੇ ਬਾਅਦ ਵੀ ਹੁਣ ਜੋ ਰੀਸੈਂਟ ਮੈਂ ਕੱਲ ਦੀ ਤੁਹਾਨੂੰ ਖਬਰ ਦੱਸਣਾ ਚਾਹੁੰਦੀ ਆ, ਉਹ ਇਹ ਜੋ ਨਵੀਂ ਤਬਦੀਲੀ ਇੱਕ ਹੋਰ ਨਜ਼ਰੀ ਪਈ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ, ਜੀ। ਕਿ ਉਹਨਾਂ ਨੇ ਜਿੰਨੀਆਂ ਸਟੱਡੀਜ਼ ਹੁਣ ਤੱਕ ਕੀਤੀਆਂ ਸੀ ਉਹਨਾਂ ਦੇ ਵਿੱਚ ਇਹ ਵੇਖਣ ਨੂੰ ਮਿਲਿਆ ਕਿ ਜਿਹੜੇ ਵੀ ਉੱਥੇ ਡਾਕਟਰ ਕੰਮ ਕਰ ਰਹੇ ਸਨ ਉਹਨਾਂ ਵਿੱਚ ਕਿਵੇਂ ਇਹ ਟਰਾਂਸਫਰ ਹੋਈ ਤੇ ਕਿਵੇਂ ਡਾਕਟਰਾਂ ਦੀ ਮੌਤ ਹੋਈ। ਜਦੋਂ ਕਿ ਉਹ ਬਾਕੀ ਪ੍ਰੀਕਾਸ਼ਨਸ ਉਹ ਲੈਂਦੇ ਪਏ ਸਨ ਤਾਂ ਫਿਰ ਇਸ ਵਾਇਰਸ ਦੀ ਸਟੱਡੀ ਵਿੱਚ ਸਮਝ ਆਈ ਕਿ ਇਹ ਵਾਇਰਸ 8 ਘੰਟੇ ਤੱਕ ਹਵਾ ਵਿੱਚ ਵੀ ਰਹਿ ਜਾਂਦੀ ਹੈ। ਅੱਛਾ ਜੀ, ਯਾਨੀ 8 ਘੰਟੇ ਜਿਉਂਦੇ ਰਹਿੰਦੀ ਹੈ ਹਵਾ ਦੇ ਵਿੱਚ। ਜੀ, ਤੇ 3 ਦਿਨ ਤੱਕ ਉਸ ਥਾਂ ਤੇ ਵੀ ਜਿਉਂਦੀ ਰਹਿ ਜਾਂਦੀ ਹੈ ਜਿਸ ਥਾਂ ਤੇ ਇਹ ਧੁੱਪ ਦੇ ਵਿੱਚ ਨਾ ਤੇ ਹੇਠਾਂ ਸਰਫੇਸਿਸ ਤੇ ਕਿਤੇ ਬੈਠੀ ਰਹਿ ਜਾਏ। ਹਾਂਜੀ। ਯਾਨੀ ਅਸੀਂ ਜੇ ਇੱਕ ਵਾਰ ਉਸ ਥਾਂ ਤੇ ਮਿਸਾਲ ਵਜੋਂ ਕਿ ਮੇਜ਼ ਤੇ ਕੋਈ ਬਹਿ ਕੇ ਚਲਾ ਗਿਆ, ਮੇਜ਼ ਸਾਫ਼ ਨਹੀਂ ਕੀਤਾ, ਹੱਥ ਸਾਫ਼ ਕਰ ਲਏ, ਤਾਂ ਫਿਰ ਉਹਦਾ ਮਤਲਬ ਸਮਝੋ ਕਿ ਅਸੀਂ ਦੁਬਾਰਾ ਉੱਥੇ ਬੈਠਾਂਗੇ ਫਿਰ ਵਾਇਰਸ ਲੈ ਲਵਾਂਗੇ, ਸਾਨੂੰ ਪਤਾ ਹੀ ਨਹੀਂ ਹੋਣਾ ਵੀ ਇੱਕ ਵਾਰ ਤਾਂ ਹੱਥ ਸਾਫ਼ ਕੀਤੇ ਹੀ ਆ, ਘਰ 'ਚ ਹੀ ਖੜੇ ਆ, ਕੋਈ ਗੱਲ ਨਹੀਂ। ਫਿਰ ਦੂਜੀ ਵਾਰ, ਫਿਰ ਤੀਸਰੀ ਵਾਰ, ਯਾਨੀ ਵਾਇਰਸ ਸਾਨੂੰ ਫਿਰ ਵੀ ਚਿੰਬੜ ਜਾਣੀ ਹੈ। ਕਿਉਂਕਿ ਤੇ 8 ਘੰਟੇ ਬਹੁਤ ਲੰਬੇ ਹੁੰਦੇ ਨੇ। ਜੀ। ਇਹ ਤਾਂ ਹਵਾ ਵਿੱਚ ਨੇ, ਜਿਹੜੀ ਥਾਂ ਤੇ ਲੱਗੀ ਰਹਿ ਗਈ ਘਰ ਦੇ ਅੰਦਰ ਮਿਸਾਲ ਵਜੋਂ ਕੁਰਸੀ ਜਾਂ ਮੇਜ਼ ਤੇ, ਉੱਥੇ ਦਿਨ ਤੱਕ ਰਹਿ ਜਾਣੀ ਹੈ। ਬਿਲਕੁਲ। ਯਾਨੀ ਉਹ ਇੰਨਾ ਕੁ ਅਸੀਂ ਇਹਨੂੰ ਲਾਈਟਲੀ ਲੈਣਾ, ਮੈਂ ਕੋਈ ਫਿਰ ਦੁਬਾਰਾ ਦੁਹਰਾ ਦਿਆਂ ਕਿ ਡਰਾਉਣ ਦੀ ਬਿਲਕੁਲ ਗੱਲ ਨਹੀਂ ਹੈ, ਘਬਰਾਉਣ ਦੀ ਗੱਲ ਨਹੀਂ ਹੈ। ਜੀ। ਜੰਗ ਵੱਡੀਆਂ ਜੰਗਾਂ ਜਿੱਤੀਆਂ ਜਾ ਸਕਦੀਆਂ ਨੇ, ਇਹ ਤਾਂ ਮਾਮੂਲੀ ਜੀ ਵਾਇਰਸ ਹੈ, ਸਿਰਫ ਇਸ ਕਰਕੇ ਕਿ ਇਹ ਤਬਦੀਲ ਹੋਈ ਜਾ ਰਹੀ ਹੈ ਤੇ ਲੋਕ ਮਜ਼ਾਕ ਸਮਝ ਰਹੇ ਨੇ, ਅਜੇ ਕੁਝ ਵੀ ਨਹੀਂ ਹੈ, ਅਸੀਂ ਚੰਗੇ ਭਲੇ ਹਾਂ, ਜਦ ਕਿ ਕਈ ਵਾਰ ਲੱਛਣ ਆਉਂਦਿਆਂ 14 ਦਿਨ ਵੀ ਲੱਗ ਸਕਦੇ ਨੇ। ਸੋ ਹਾਂਜੀ। ਅੱਜ ਦੇ ਦਿਨ ਲੱਗੇਗਾ ਸਾਨੂੰ ਅਸੀਂ ਬਿਲਕੁਲ ਠੀਕ ਹਾਂ, ਪਰ ਇਹ ਵਾਇਰਸ ਜਿਸ ਤੇਜ਼ੀ ਨਾਲ ਸ਼ਕਲ ਤਬਦੀਲ ਕਰੀ ਜਾ ਰਹੀ ਹੈ ਤੇ ਜਿਸ ਤਰੀਕੇ ਇਹ ਫੇਫੜਿਆਂ ਨੂੰ ਖਾ ਰਹੀ ਹੈ, ਤੇ ਜੀ। ਇਹ ਅਸਲ ਵਿੱਚ ਦੇਖੀਏ ਤਾਂ ਸਾਡੇ ਕੋਲ, ਜਿਵੇਂ ਮੈਂ ਸ਼ੁਰੂ 'ਚ ਹੀ ਦੱਸਿਆ ਸੀ, ਕਿ 84,000 ਪਿੱਛੇ ਇੱਕ ਆਈਸੋਲੇਸ਼ਨ ਬੈੱਡ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਅਸੀਂ ਚਾਹੁੰਦੇ ਹੋਏ ਵੀ ਮਰੀਜ਼ ਬਚਾ ਨਹੀਂ ਸਕਣਾ। ਸੋ ਨਹੀਂ ਸਾਡੇ ਸਕਦਾ। ਕੋਲ ਇੱਕੋ ਇੱਕ ਰਾਹ ਜੇ ਕਿ ਅਸੀਂ ਆਈਸੋਲੇਸ਼ਨ ਜ਼ਰੂਰੀ ਜੇ, ਅਸੀਂ ਇੱਕ ਦੂਜੇ ਨੂੰ ਨਾ ਮਿਲੀਏ, ਦੂਰ ਰਹੀਏ, ਘਰਾਂ ਅੰਦਰ ਰਹੀਏ। ਬਾਹਰ ਨਿਕਲਣ ਦਾ ਮਤਲਬ ਹੈ ਅਸੀਂ ਮੌਤ ਨੂੰ ਸੱਦਾ ਦੇ ਰਹੇ ਹਾਂ, ਇਹ ਨਾ ਕਰੀਏ। ਕਿਉਂਕਿ ਜੀ। ਇਹ ਵਾਇਰਸ ਜੋ ਪਹਿਲਾਂ ਸਿਰਫ ਬਜ਼ੁਰਗਾਂ ਲਈ ਖਤਰਨਾਕ ਸੀ, ਜੀ। ਹੁਣ ਕੇਸਿਸ ਆ ਰਹੇ ਨੇ ਜਿੱਥੇ ਯੰਗ ਜਿਹੜੇ, ਕਿਉਂਕਿ ਸਾਡੇ ਡਾਇਬਟੀਜ਼ ਦੀ, ਹਾਈਪਰਟੈਂਸ਼ਨ ਦੀ ਤੇ ਹੋਰ ਰੋਗਾਂ ਦੀ, ਤੇ ਖਾਸ ਕਰ ਸ਼ਰਾਬ ਪੀਣ ਵਾਲਿਆਂ ਵਿੱਚ ਇਹ ਜ਼ਿਆਦਾ ਮਾਰੂ ਅਸਰ ਕਰ ਜਾਂਦੀ ਹੈ, ਉਹਨਾਂ ਦੇ ਲਿਵਰ ਡੈਮੇਜ ਹੋਏ ਹੋਣ ਕਾਰਨ। ਤਾਂ ਠੀਕ ਹੈ। ਅੰਦਾਜ਼ਾ ਲਾ ਲਓ ਸਾਡੀ ਕਿੰਨੀ ਵੱਡੀ ਗਿਣਤੀ ਜਿਹੜੇ ਨੌਜਵਾਨ ਵੀ ਇਹਨਾਂ ਬਿਮਾਰੀਆਂ ਤੋਂ ਪੀੜਤ ਨੇ, ਤਾਂ ਸਿਰਫ ਬਜ਼ੁਰਗ ਨਹੀਂ, ਨੌਜਵਾਨ ਵੀ ਪੀੜਤ, ਜੋ ਉਹ ਕਿਵੇਂ, ਯਾਨੀ ਜਾਨ, ਉਹਨਾਂ ਦੀ ਜਾਨ ਨੂੰ ਖਤਰਾ ਖਤਰਾ ਹੈ। ਹੋਏਗਾ ਤੇ ਬਿਲਕੁਲ। ਕਿਸ ਤਰੀਕੇ ਉਹ ਅੱਗੋਂ ਸਾਡੇ ਅੱਜ ਦੇ ਦਿਨ ਛੋਟੇ ਬੱਚਿਆਂ ਤੇ ਇਹ ਸਪਸ਼ਟ ਕੀਤਾ ਗਿਆ ਕਿ ਓਨੀ ਖਤਰਨਾਕ ਨਹੀਂ ਹੈ। ਜੀ। ਪਰ ਰਾਜਾ ਮੇਰਿਆ, ਤੁਸੀਂ ਇਹ ਸਮਝਣ ਦੀ ਕੋਸ਼ਿਸ਼ ਕਰੋ ਕਿ ਵਾਇਰਸ ਨੂੰ ਆਇਆ ਕਿੰਨਾ ਚਿਰ ਹੋਇਆ ਤੇ ਕਿਵੇਂ ਹਰ 2-2 ਹਫ਼ਤਿਆਂ ਬਾਅਦ ਇਹ ਆਪਣੀ ਸ਼ਕਲ ਸ਼ਕਲ ਤਬਦੀਲ ਬਦਲ ਕਰੀ ਰਹੀ ਹੈ। ਜਾਂਦੀ ਸੋ ਜੇ। ਜੀ। ਤੇ ਜੇ ਕਿਤੇ ਇਹ ਬਾਲਾਂ ਦੇ ਵਿੱਚ ਵੜ ਕੇ ਫਿਰ ਸ਼ਕਲ ਤਬਦੀਲ ਕਰ ਗਈ, ਅੰਦਾਜ਼ਾ ਲਾ ਲਓ ਕਿ ਕੀ ਹੋ ਜਾਣਾ ਤੇ ਅਸੀਂ ਉਹਨੂੰ ਕਿਵੇਂ ਸੰਭਾਲਣਾ। ਕਿਵੇਂ ਬਿਲਕੁਲ ਨਹੀਂ ਸੰਭਾਲ ਸਕਦੇ ਕਿਉਂਕਿ ਇਸ ਵਾਰਨਿੰਗ, ਜੀ। ਜੀ, ਵਾਰਨਿੰਗ ਹੀ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਕਿਰਪਾ ਕਰਕੇ ਅਸੀਂ ਮਤਲਬ ਘਬਰਾਈਏ ਨਾ। ਹਾਂਜੀ। ਹਿੰਮਤ ਤੇ ਹੌਸਲਾ, ਜੋ ਮੈਂ ਇਸ ਕਰਕੇ ਤੁਹਾਡੇ ਨਾਲ ਅੱਜ ਸ਼ਾਮਲ ਹੋਈ ਹਾਂ ਕਿਉਂਕਿ ਸਾਡੇ ਬਹੁਤ ਜ਼ਿਆਦਾ ਕਾਲਸ ਤੁਹਾਨੂੰ ਵੀ ਆ ਰਹੀਆਂ ਨੇ, ਮੈਨੂੰ ਵੀ ਆ ਰਹੀਆਂ ਨੇ ਕਿ ਕਿਸ ਤਰ੍ਹਾਂ ਕਰੀਏ, ਅਦਰਕ ਲੈ ਲਈਏ, ਪਿਆਜ਼ ਲੈ ਲਈਏ। ਨਹੀਂ, ਘਬਰਾਹਟ ਵਿੱਚ ਬੰਦੇ ਹਰ ਚੀਜ਼ ਕਰਨ ਨੂੰ ਤਿਆਰ ਨੇ, ਜਦ ਬਿਲਕੁਲ। ਸਿਰਫ ਅਸਲ ਚੀਜ਼ ਲੋੜ ਏ ਕਿ ਅਸੀਂ ਮਾਸਕ ਪਾ ਕੇ ਆਪਣੇ ਆਪ ਨੂੰ ਬਚਾਈਏ। ਮਾਸਕ ਨਹੀਂ ਹੈ, ਚੁੰਨੀ ਹੋਈ ਬੰਨ ਲਓ ਤੁਸੀਂ, ਕੁਛ ਵੀ। ਪਰ ਦੂਸਰੀ ਜ਼ਰੂਰੀ ਗੱਲ, ਅਸੀਂ ਬਾਹਰ ਘੱਟ ਨਿਕਲੀਏ, ਅੰਦਰ ਰਹੀਏ। ਇੱਕ ਤੋਂ ਦੂਜੇ ਤਾਈਂ ਟਰਾਂਸਫਰ ਜਦੋਂ ਰੋਕ ਲਵਾਂਗੇ ਤਾਂ ਇਹ ਵਾਇਰਸ ਨੂੰ ਅਸੀਂ ਮੁਕਾ ਸਕਾਂਗੇ। ਮੁਕਾ ਸਕਦੇ ਹਾਂ। ਕੋਈ ਬਿਲਕੁਲ। ਇੱਕ ਰਸਤਾ ਜੇ। ਪਰ ਬਿਲਕੁਲ। ਜ਼ਰੂਰੀ ਗੱਲ ਜੋ ਮੈਂ ਫਿਰ ਵਿੱਚ ਉਹ ਜੋ ਰਹਿ ਗਈ ਦੱਸਣਾ ਚਾਹੁੰਦੀ ਹਾਂ ਕਿ ਇੱਕ ਚੜ੍ਹਦੀ ਕਲਾ ਦਾ ਕੁਛ ਮਤਲਬ ਹੁੰਦਾ ਜੇ। ਮੈਂ ਦੱਸ ਦਿਆਂ, ਸਾਡੇ ਸਰੀਰ ਅੰਦਰ ਨੈਚੁਰਲ ਹਾਰਮੋਨਸ ਨੇ ਹਾਂਜੀ।
ਜਿਨ੍ਹਾਂ ਨੂੰ ਅਸੀਂ ਕਿਲਰ ਸੈਲਸ ਨੇ ਕਹਿੰਦੇ ਆ, ਉਹਨਾਂ ਨੂੰ ਉਹ ਤਗੜੇ ਕਰ ਦਿੰਦੇ ਨੇ ਜਦੋਂ ਸਿਕਰੀਟ ਹੁੰਦੇ ਨੇ, ਤੇ ਸਾਡਾ ਨੈਚੁਰਲ ਇਮਿਊਨ ਸਿਸਟਮ ਜੋ ਫਟਾਫਟ ਆਪਣੇ ਨਵੇਂ ਸੈੱਲ ਬਣਾ ਕੇ ਇਹੋ ਜੀ ਚੀਜ਼ ਨੂੰ ਮਾਰ ਕੇ ਤੇ ਸਾਨੂੰ ਰਵਾਂ ਕਰਦਾ। ਉਹੀ ਕਾਰਨ ਹੈ ਕਿ ਅਸੀਂ ਕੈਂਸਰ ਤੇ ਵੀ ਜਿੱਤ ਪਾ ਜਾਂਦੇ ਹਾਂ, ਕਿਉਂਕਿ ਸਾਡੀ ਆਪਣੀ ਅੰਦਰ ਇਮਿਊਨ ਸਿਸਟਮ ਬੜਾ ਤਗੜਾ ਹੁੰਦਾ ਹੈ, ਜਿਹਨੂੰ ਅਸੀਂ ਸਿਰਫ ਤੇ ਸਿਰਫ ਉਮੀਦ, ਚੜ੍ਹਦੀ ਕਲਾ, ਇਹਨਾਂ ਦੇ ਆਸਰੇ ਤੇ ਉਹਨਾਂ ਨੂੰ ਰਵਾਂ ਕਰ ਸਕਦੇ ਹਾਂ। ਸੋ ਜੀ ਘਬਰਾਹਟ ਜਾਂ ਡਰ ਨਾਲ ਸਗੋਂ ਸਾਡੇ ਮਾੜੇ ਹਾਰਮੋਨ ਨਿਕਲ ਜਾਂਦੇ ਨੇ, ਜਿਹੜੇ ਸਾਨੂੰ ਸਗੋਂ ਇਹਨਾਂ ਵਾਇਰਸਿਸ ਦੇ ਜਾਂ ਹੋਰ ਬਿਮਾਰੀਆਂ ਦੇ, ਜਿਨ੍ਹਾਂ ਵਿੱਚ ਬਲੱਡ ਪ੍ਰੈਸ਼ਰ ਤੱਕ ਵੀ ਸ਼ਾਮਲ ਹੈ, ਸ਼ੂਗਰ ਜਾਂ ਇਹ ਸਾਰੀਆਂ ਬਿਮਾਰੀਆਂ ਨੂੰ ਸਾਨੂੰ ਪ੍ਰੋਨ ਕਰ ਦਿੰਦੇ ਨੇ, ਕਿ ਅਸੀਂ ਉਹ ਸਗੋਂ ਫੜਨ ਲੱਗ ਜਾਂਦੇ ਹਾਂ। ਸਾਡਾ ਸਰੀਰ ਯਾਨੀ ਇੱਕ ਅਜਿਹਾ ਬਣ ਜਾਂਦਾ ਢਿੱਲਾ ਤੇ ਲਚਕਿਆ ਹੋਇਆ, ਜਿਹਦੇ ਵਿੱਚ ਹਰ ਤਰ੍ਹਾਂ ਦੀ ਬਿਮਾਰੀ ਅਸਰ ਕਰਨ ਲੱਗ ਪੈਂਦੀ ਹੈ। ਸੋ ਕੋਸ਼ਿਸ਼ ਇਹੋ ਕਰੀਏ ਕਿ ਅਸੀਂ ਆਪਣੇ ਅੰਦਰਲੀ ਜੋ ਘਬਰਾਹਟ ਖਤਮ ਕਰਕੇ ਜੀ ਪੂਰੀ ਸੋਚ ਸਮਝ ਠਰਮੇ ਨਾਲ ਵੇਖੀਏ ਕਿ ਇਹ ਸਰਕਾਰੀ ਕਦਮ ਜੋ ਪੁੱਟੇ ਗਏ ਨੇ ਸਾਡੇ ਫਾਇਦੇ ਲਈ ਨੇ, ਕਿਸੇ ਬਿਲਕੁਲ ਨਹੀਂ। ਬਿਲਕੁਲ ਡਾਕਟਰ ਸਾਹਿਬ। ਅਸੀਂ ਆਪ ਆਪਣੀ ਜਾਨ ਬਚਾਣੀ ਹੈ, ਆਪਣੇ ਘਰਾਂ ਦੇ ਬਜ਼ੁਰਗ, ਆਪਣੇ ਬੱਚੇ ਸਹੀ ਰੱਖਣੇ ਨੇ। ਆਪ ਅਸੀਂ ਜੇ ਬਚਣਾ ਇਹੋ ਜਿਹੀ ਮਾੜੀ ਬਿਮਾਰੀ ਤੋਂ, ਦਾ ਮਤਲਬ ਇੱਕੋ ਇੱਕ ਜੇ ਕਿ ਅਸੀਂ ਅੰਦਰ ਬਚ ਕੇ ਰਹੀਏ, ਚੜ੍ਹਦੀ ਕਲਾ ਰੱਖੀਏ, ਬਿਲਕੁਲ ਹੱਸਦੇ ਖੇਡਦੇ ਰਹੀਏ। ਘਰਾਂ ਵਿੱਚ ਵਕਤ ਦਿੱਤਾ ਕੁਦਰਤ ਨੇ ਕਿ ਗੱਲ ਕਰੋ ਆਪਣਿਆਂ ਨਾਲ, ਆਪਣੇ ਹਾਂਜੀ ਗੁੰਝਲਾਂ ਆਪਣੇ ਸੁਲਝਾਈਏ, ਬਿਲਕੁਲ ਪਰ ਚੜ੍ਹਦੀ ਕਲਾ ਰੱਖਣੀ ਬਹੁਤ ਜ਼ਰੂਰੀ ਜੇ, ਕਿਉਂਕਿ ਅਜੇ ਸਾਨੂੰ ਪਤਾ ਨਹੀਂ ਇਹ ਵਾਇਰਸ ਨਵੀਂ ਹੋਰ ਕੀ ਤਬਦੀਲੀ ਲਿਆ ਰਹੀ ਹੈ। ਪਰ ਉਹ ਸਭ ਨੂੰ ਖਤਮ ਕਰਨ ਦਾ ਰਾਹ ਇੱਕੋ ਹੀ ਜੇ ਕਿ ਅਸੀਂ ਧੁੱਪ ਸੇਕੀਏ ਵਧੀਆ ਸੋਹਣੀ, ਵਿਟਾਮਿਨ ਹਾਂਜੀ ਸੀ ਰੱਜ ਕੇ ਖਾਓ, ਤੇ ਬਿਲਕੁਲ ਆਪਣੀਆਂ ਸਬਜ਼ੀਆਂ ਤੁਸੀਂ ਰੱਜ ਕੇ ਖਾਓ, ਦਾਲਾਂ ਰੱਜ ਕੇ ਖਾਓ, ਤੇ ਖਾਸ ਤੌਰ ਤੇ ਇੱਕ ਦੂਜੇ ਨੂੰ ਮਿਲਣ ਨਾ ਜਾਈਏ, ਘਰ ਵਿੱਚ ਰਹੀਏ। ਇਹੋ ਇੱਕ ਇਸ ਵੇਲੇ ਦਾ ਰਾਹ ਹੈ। ਸੋ ਅਸੀਂ ਤੁਹਾਡੇ ਰਾਹੀਂ ਮੈਂ ਅਪੀਲ ਕਰਦੀ ਹਾਂ, ਜੇ ਸਰਕਾਰ ਸੁਣ ਰਹੀ ਹੋਵੇ ਜਾਂ ਹੋਰ ਮੇਰੇ ਵੀਰ ਭੈਣ ਇਹੋ ਜਿਹੀ ਸੋਚ ਨਾਲ ਸਾਡੇ ਨਾਲ ਜੁੜਨ, ਜੀ ਕਿ ਰਲ ਮਿਲ ਕੇ ਕਹੀਏ ਸਰਕਾਰ ਨੂੰ ਕਿ ਜੇ ਇਹ 2-2 ਹਫ਼ਤੇ ਬਾਅਦ ਸਭ ਤਬਦੀਲ ਕਰੀ ਜਾਂਦੀ ਹੈ, ਤਾਂ 2 ਹਫ਼ਤੇ ਜੇ ਅਸੀਂ ਕਿਸੇ ਹੀ ਤਰੀਕੇ ਆਪਣੇ ਆਪ ਨੂੰ ਆਈਸੋਲੇਟ ਕਰ ਸਕੇ, ਇਹਨੂੰ ਨਾ ਅਗਾਂਹ ਫੈਲਾਇਆ, ਇਹ ਆਪਣੇ ਆਪ ਮਰ ਜਾਏਗੀ। ਸੋ ਕੋਸ਼ਿਸ਼ ਇਹੋ ਕਰੀਏ ਕਿ ਅਸੀਂ ਆਪਣੇ ਸਰੀਰ ਦੀ ਇਮਿਊਨਿਟੀ ਬਣਾਈ ਰੱਖੀਏ, ਜੀ ਕਲਾ ਰੱਖੀਏ, ਪਰ ਇਹ ਡਿਸਟੈਂਸਿੰਗ ਬਹੁਤ ਜ਼ਰੂਰੀ ਜੇ। ਜ਼ਰੂਰੀ ਹੈ ਬਿਲਕੁਲ ਮਾਸਕ ਜਿਹਦਾ ਮਜ਼ਾਕ ਬਣਾਇਆ ਹੋਇਆ ਉਹ ਨਾ ਬਣਾਈਏ, ਮਾਸਕ ਲਾਣਾ ਸਾਡੀ ਆਪਣੀ ਜਾਨ ਬਚਾਉਣ ਲਈ ਹੈ। ਜੀ ਜੀ ਬਿਲਕੁਲ ਬਿਲਕੁਲ। ਸਰਕਾਰ, ਪੰਜਾਬ ਸਰਕਾਰ ਨੇ ਵੀ, ਜਿਵੇਂ ਆਪਾਂ ਨੂੰ ਸਭ ਨੂੰ ਪਤਾ ਹੈ, 31 ਤਰੀਕ ਤੱਕ, 31 ਮਾਰਚ ਤੱਕ ਜਿਹੜਾ ਲੋਕਡਾਊਨ ਐਲਾਨ ਦਿੱਤਾ, ਤੇ ਆਪਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਬਿਲਕੁਲ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸੋ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਵਾਇਰਸ ਆਪਣਾ ਰੂਪ ਬਦਲ ਰਿਹਾ ਹੈਗਾ, ਫਿਰ ਇਹਦੇ ਲੱਛਣ ਨੇ ਜਿਹੜੇ ਉਹ ਵੀ ਬਦਲ ਰਹੇ ਹੋਣਗੇ, ਤੇ ਇਹਦੀ ਦਵਾਈ ਹੈ ਜਿਹੜੀ ਉਹਦੇ ਵਿੱਚ ਫਿਰ ਹੋਰ ਵੀ ਕਨਫਿਊਜ਼ਨ ਹੈ ਕ੍ਰੀਏਟ ਹੋ ਜਾਏਗੀ। ਮਤਲਬ ਕਿਸੇ ਹੱਲ ਵੱਲ ਲੱਗਣੀ ਨਹੀਂ ਇਹ ਬਿਮਾਰੀ, ਇਹਦਾ ਮਤਲਬ ਹੈ, ਕਿਉਂਕਿ ਵਾਇਰਸ ਰੂਪ ਬਦਲ ਰਿਹਾ, ਦਵਾਈ ਵੀ ਫਿਰ ਜਿਹੜੀ ਤਿਆਰ ਹੋ ਰਹੀ ਹੈ ਉਹਦਾ ਕੋਈ ਫਾਇਦਾ ਨਹੀਂ, ਫਿਰ ਹੋਰ ਦੇਖਣੀ ਪਏਗੀ, ਇਹਦੇ ਲੱਛਣ ਦੇਖਣੇ ਪੈਣਗੇ। ਇਹ ਸੱਚ ਹੈ, ਸਹੀ ਹੈ? ਨਹੀਂ, ਇਸ ਤਰ੍ਹਾਂ ਦਾ ਗੱਲ ਮੈਂ ਥੋੜਾ ਜਿਹਾ ਦੱਸਦੀ ਹਾਂ, ਨਹੀਂ ਹੁੰਦੀ, ਕਿਉਂਕਿ ਅਲਟੀਮੇਟਲੀ ਵਾਇਰਸ ਹੀ ਹੈ। ਜੀ ਇਹ ਸ਼ਕਲ ਬਦਲ ਲਊਗੀ, ਪਰ ਇਹ ਵਾਇਰਸ ਤੋਂ ਹਾਥੀ ਨਹੀਂ ਜੇ ਬਣ ਸਕਣ ਲੱਗੀ। ਅਲਟੀਮੇਟਲੀ ਇਹਨੇ ਰਹਿਣਾ ਵਾਇਰਸ ਹੀ ਹੈ। ਜੀ ਸਿਰਫ ਫਰਕ ਇਹ ਪਏਗਾ ਕਿ ਜੇ ਇੰਨੀ ਜਲਦੀ ਤਬਦੀਲ ਹੋ ਜਾਏਗੀ ਤਾਂ ਟੀਕਾ ਬਣਾਉਣਾ ਔਖਾ ਹੋ ਜਾਣਾ, ਕਿਉਂਕਿ ਜੀ ਕਿੱਥੇ ਉਹ ਸਾਲ ਬਾਅਦ ਤਬਦੀਲ ਹੁੰਦੀ ਸੀ, ਕਿੱਥੇ 2-2 ਮਹੀਨੇ ਬਾਅਦ ਬਦਲੀ ਜਾਂਦੀ ਹੈ। ਸੋ ਕਿਉਂਕਿ ਵਾਇਰਸ ਇੱਕ ਹਮੇਸ਼ਾ ਆਪਣੇ ਆਪ ਮਰ ਜਾਣ ਵਾਲੀ ਸ਼ੈ ਹੈ, ਜਿਹੜੀ ਇੱਕ ਸੀਜ਼ਨ 'ਚ, ਯਾਨੀ ਇਹ ਤਬਦੀਲ ਹੋ ਰਿਹਾ ਜਿਨੋਮ, ਇਹ ਖਤਮ ਹੋ ਜਾਏਗਾ ਤਾਂ ਅਗਲੇ ਸਾਲ ਫਿਰ ਇਹ ਨਹੀਂ, ਕਿਉਂਕਿ ਪਹਿਲਾਂ ਵੀ ਇਹ ਬੜੇ ਸਾਲਾਂ ਤੋਂ ਹੈ ਸੀ, ਕਰੋਨਾ ਵਾਇਰਸ ਇੱਥੇ ਹੀ ਸੀ, ਇਹ ਕਿਤੇ ਬਿਲਕੁਲ ਨਹੀਂ ਗਈ ਸੀ। ਜੀ ਸਾਨੂੰ ਪਤਾ ਹੈ ਕਿ ਪਹਿਲਾਂ ਵੀ ਇਹ ਬਿਮਾਰੀਆਂ ਕਰਦੀ ਰਹੀ ਹੈ। ਹਮ ਸੋ ਇਹ ਜਿਹੜੀ ਨਵੀਂ ਸ਼ਕਲ, ਸਿਰਫ ਇਹ ਕਿਸ ਤਰੀਕੇ ਆਪਣੇ ਆਪ ਨੂੰ ਤਬਦੀਲ ਕਰ ਰਹੀ ਹੈ, ਜਿੰਨੇ ਤੇਜ਼ ਅਸੀਂ ਦਵਾਈਆਂ ਲਿਆ ਰਹੇ ਹਾਂ ਉਨੀ ਤੇਜ਼ੀ ਨਾਲ ਇਹ ਤਬਦੀਲ ਹੋਈ ਜਾਂਦੀ ਹੈ। ਸੋ ਸਾਡੇ ਕੋਲ ਰਾਹ ਪੂਰੀ ਦੁਨੀਆ 'ਚ ਇੱਕੋ ਹੀ ਬਚ ਗਿਆ ਕਿ ਲੋਕਡਾਊਨ ਕੀਤਾ ਜਾਏ, ਆਈਸੋਲੇਸ਼ਨ ਕੀਤੀ ਜਾਏ, ਉਹ ਹੀ ਇੱਕ ਰਾਹ ਹੈ। ਬਿਲਕੁਲ ਭੀੜ ਭਾੜ 'ਚ ਨਾ ਜਾਈਏ, ਕਿਉਂਕਿ ਆਪਾਂ ਸੋਚ ਲੈਂਦੇ ਹਾਂ ਕਿ ਅਸੀਂ ਲੰਘ ਆਏ ਹਾਂ, ਸਾਨੂੰ ਕੁਝ ਹੈ ਹੀ ਨਹੀਂ। ਸਿਰਫ ਇਸ ਚੀਜ਼ ਤੋਂ ਗੁਰੇਜ਼ ਕਰੀਏ, ਕਿਉਂਕਿ ਸਾਨੂੰ ਅੱਜ ਦੇ ਦਿਨ ਤੰਦਰੁਸਤ ਜਾਪਦੇ ਹੋਇਆਂ ਵੀ ਪਤਾ ਨਹੀਂ 14 ਦਿਨ ਬਾਅਦ ਕੀ ਸਾਡੀ ਕੀ ਸਾਡੇ ਕੀ ਬਿਲਕੁਲ ਅਸਰ ਹੋਣਾ। ਬਿਲਕੁਲ ਸਭ ਤੋਂ ਵੱਧ ਜ਼ੋਰ ਆਈਸੋਲੇਸ਼ਨ ਤੇ ਹੈ। ਦਵਾਈਆਂ ਹਾਲੇ ਤੱਕ ਪੂਰੀਆਂ ਅਸਰ ਕਰ ਰਹੀਆਂ ਨੇ, ਪਰ ਧਿਆਨ ਰੱਖਿਓ ਰਾਜਾ, ਮੈਂ ਵਾਰ-ਵਾਰ ਗੱਲ ਕਰ ਰਹੀ ਹਾਂ, ਨਾ ਸਾਡੇ ਕੋਲ ਓਨੇ ਵੈਂਟੀਲੇਟਰ ਨੇ, ਹਾਂਜੀ ਨਾ ਸਾਡੇ ਕੋਲ ਓਨੇ ਕੁਆਰੰਟੀਨ ਬੈੱਡਸ ਨੇ, ਨਾ ਆਈਸੋਲੇਸ਼ਨ ਬੈੱਡਸ ਨੇ, ਨਾ ਓਨੇ ਹਸਪਤਾਲ ਨੇ, ਨਾ ਓਨੇ ਡਾਕਟਰ ਨੇ। ਸੋ ਇਸ ਕਰਕੇ ਅਸੀਂ ਬਚਾਓ
ਸਭ ਤੋਂ ਵੱਧ ਜ਼ਰੂਰੀ ਜੇ ਉਹੀ ਸਾਰਾ ਜ਼ੋਰ ਸਰਕਾਰਾਂ ਦਾ ਵੀ ਲੱਗਿਆ ਹੋਇਆ ਕਿ ਹਰ ਇੱਕ ਨੂੰ ਟੈਸਟਿੰਗ ਕਰ ਰਹੇ ਨੇ ਤੇ ਸਾਡੀ ਉਨੀਆਂ ਕਿਟਸ ਤੱਕ ਵੀ ਇਸ ਵੇਲੇ ਨਹੀਂ ਜਿਨ੍ਹਾਂ ਦਾ ਅਸੀਂ ਕਹਿ ਸਕੀਏ ਕਿ ਹਰ ਇੱਕ ਦਾ ਟੈਸਟ ਕਰ ਵੀ ਸਕਾਂਗੇ। ਸੋ ਬਿਲਕੁਲ ਇਹਦੇ ਲਈ ਆਪਾਂ ਸਭ ਤੋਂ ਵੱਧ ਜ਼ਰੂਰੀ ਹੈ ਪਰਹੇਜ਼, ਤੇ ਜੇ ਸਿਰਫ 15 ਦਿਨ ਪਰਹੇਜ਼ ਨਾਲ ਅਸੀਂ ਸਾਰਿਆਂ ਨੂੰ ਬਚਾ ਸਕਦੇ ਹਾਂ ਜਾਂ ਵੱਡੀ ਗਿਣਤੀ ਮੌਤਾਂ ਰੋਕ ਸਕਦੇ ਹਾਂ ਤਾਂ ਤੁਸੀਂ ਸਮਝ ਲਓ ਕਿੱਡੀ ਸਾਡੀ ਜੰਗ ਵੱਡੀ ਅਸੀਂ ਜਿੱਤ ਲਵਾਂਗੇ। ਸਿਰਫ 15 ਦਿਨ ਕੁਝ ਵੀ ਨਹੀਂ ਹੁੰਦੇ ਜ਼ਿੰਦਗੀ ਵਿੱਚ, ਪਰ ਜੇ ਜ਼ਿੰਦਗੀ ਨਾ ਰਹੇ ਤਾਂ ਫਿਰ ਇਹ 15 ਦਿਨ ਮਾਇਨੇ ਰੱਖਦੇ ਨੇ। ਕੋਸ਼ਿਸ਼ ਕਰੀਏ ਵੀ ਬਿਲਕੁਲ ਅਸੀਂ ਆਪਣੀ ਤੇ ਆਪਣਿਆਂ ਦੀ ਜ਼ਿੰਦਗੀ ਸੁਰੱਖਿਅਤ ਕਰੀਏ। ਸੋ ਹਾਂਜੀ ਕੋਸ਼ਿਸ਼ ਕਰੀਏ ਕਿ ਜਦ ਤੱਕ ਇਹ ਵਾਇਰਸ ਤਬਦੀਲ ਹੁੰਦੀ ਖਤਮ ਨਹੀਂ ਹੋ ਜਾਂਦੀ, ਆਪਾਂ 15 ਦਿਨ ਦੀ ਇਹ ਜੰਗ ਜ਼ਰੂਰ ਰਲ ਮਿਲ ਕੇ ਜਿੱਤਣੀ ਹੈ। ਜਿੱਥੇ ਕੋਸ਼ਿਸ਼ ਸਰਕਾਰਾਂ ਵੀ ਕਰ ਰਹੀਆਂ ਨੇ, ਕੋਸ਼ਿਸ਼ ਮੀਡੀਆ ਵੀ ਕਰ ਰਿਹਾ, ਕੋਸ਼ਿਸ਼ ਪੁਲਿਸ ਵੀ ਕਰ ਰਹੀ ਹੈ, ਸਾਡਾ ਫਰਜ਼ ਬਣਦਾ ਹੈ ਕਿ ਇਸ ਸਾਰੇ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਸ਼ਾਮਲ ਹੋਈਏ, ਆਪਣਾ ਰੋਲ ਅਦਾ ਕਰੀਏ। ਸਾਨੂੰ ਬਹੁਤ ਕੁਝ ਅਸੀਂ ਹੱਕਾਂ ਲਈ ਲੜਦੇ ਹਾਂ, ਜ਼ਰੂਰ ਲੜਨਾ ਚਾਹੀਦਾ, ਪਰ ਜਦੋਂ ਆਉਂਦਾ ਜੇ ਸਾਹਮਣੇ ਉਹ ਫਰਜ਼ ਵੀ ਜ਼ਰੂਰ ਸਾਨੂੰ ਨਿਭਾਉਣਾ ਚਾਹੀਦਾ। ਤੇ ਅੱਜ ਦਾ ਫਰਜ਼ ਇਹੋ ਮੰਗਦਾ ਹੈ ਕਿ ਅਸੀਂ ਕਿਸੇ ਹੋਰ ਨੂੰ ਤਾਂ ਸੁਰੱਖਿਅਤ ਕਰ ਸਕਦੇ ਹਾਂ, ਪਰ ਪਹਿਲਾਂ ਲੋਕ ਕਹਿੰਦੇ ਨੇ ਨਾ ਆਪਣਿਆਂ ਵੱਲ ਝਾਕੀਏ, ਤੇ ਇਹ ਪਰਹੇਜ਼ ਤੇ ਆਪਣਿਆਂ ਲਈ ਜੇ ਪਹਿਲਾਂ। ਸੋ ਬਿਲਕੁਲ ਬਚੀਏ, ਆਪਣਿਆਂ ਨੂੰ ਬਚਾਈਏ ਤੇ ਫਿਰ ਦੂਜਿਆਂ ਨੂੰ ਬਚਾਉਣ ਦਾ ਕਾਰਨ ਵੀ ਬਣੀਏ। ਬਿਲਕੁਲ 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 ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤੇ ਅਸੀਂ ਵੀ ਅਪੀਲ ਕਰਦੇ ਹਾਂ ਲੋਕਾਂ ਨੂੰ ਕਿ ਸਰਕਾਰ ਦੇ ਕੋਲ ਆਪਾਂ ਨੂੰ ਸੱਚਾਈ ਪਤਾ ਕਿ ਉਸ ਤਰ੍ਹਾਂ ਦੇ ਪ੍ਰਬੰਧ ਨਹੀਂ ਹੈਗੇ, ਇਸ ਕਰਕੇ ਬਚਾਅ ਇਸੇ ਵਿੱਚ ਹੈ ਕਿ ਆਪਾਂ ਆਪਣੇ ਆਪ ਦਾ ਧਿਆਨ ਰੱਖੀਏ ਤੇ ਦੂਸਰਿਆਂ ਦਾ ਵੀ, ਤੇ ਆਈਸੋਲੇਟ ਹੋ ਕੇ ਰਹੀਏ, ਇਕਾਂਤ ਵਿੱਚ ਰਹੀਏ, ਘਰਾਂ ਦੇ ਵਿੱਚ ਰਹੀਏ, ਦੂਰੀ ਬਣਾ ਕੇ ਰੱਖੀਏ। ਕਿਉਂਕਿ ਅੱਜ ਹੀ PGI ਦੇ ਜਿਹੜੇ ਇੱਕ ਮਾਹਿਰ ਡਾਕਟਰ ਉਹ ਵੀ ਇਹ ਕਹਿ ਰਹੇ ਸੀ ਡਾਕਟਰ ਸਾਹਿਬ ਕਿ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਉਹ ਵੀ ਆਪਣਾ ਧਿਆਨ ਰੱਖਣ, ਉਹਨਾਂ ਨੂੰ ਵੀ ਕੋਈ ਬਹੁਤਾ ਖੁਸ਼ ਹੋਣ ਦੀ ਲੋੜ ਨਹੀਂ ਹੈ ਕਿ ਉਹਨਾਂ ਨੂੰ ਹੁਣ ਕੁਝ ਹੋਣਾ ਹੀ ਨਹੀਂ ਹੈ, ਜਿਹੜੇ ਸ਼ੱਕੀ ਸੀਗੇ ਕਰੋਨਾ ਦੇ। ਸੋ ਸਾਰੇ ਆਪਣਾ ਆਪਣਾ ਧਿਆਨ ਰੱਖਣ ਤੇ ਫਰਜ਼ ਨਿਭਾਉਣ। ਹਾਂ, ਉਸ ਬਾਰੇ ਜ਼ਰੂਰ ਦੱਸ ਦਿਆਂ ਕਿ ਸਾਡੇ ਕੋਲ ਇੱਕ ਨਹੀਂ, ਦੋ ਨਹੀਂ, ਅਨੇਕ ਕੇਸ ਨੇ ਜਿਹੜੇ ਪਹਿਲਾਂ 2 ਵਾਰ ਟੈਸਟ ਨਾਲ ਨੈਗੇਟਿਵ ਆਉਣ ਦੇ ਬਾਅਦ ਤੀਸਰੇ ਟੈਸਟ ਤੇ ਪੋਜ਼ਿਟਿਵ ਹੋ ਚੁੱਕੇ ਸਨ। ਕਾਰਨ ਇਹ ਕਿ ਸਾਡੀਆਂ ਕਿੱਟਾਂ ਜਿਸ ਤਰੀਕੇ ਦੀਆਂ ਅਜੇ ਟੈਸਟ ਲਈ ਬਣੀਆਂ ਨੇ, ਜੇ ਇਹ ਵਾਇਰਸ ਜਿਸ ਤਰੀਕੇ ਸ਼ਕਲ ਤਬਦੀਲ ਕਰਦੀ ਹੈ, ਉਹ ਕਿੱਟਾਂ ਵੀ ਉਸ ਚੀਜ਼ ਨੂੰ ਸ਼ਾਇਦ ਲੱਭ ਨਾ ਸਕਣ, ਕਿੱਟ ਵੀ ਨਵੀਂ ਕਿਤੇ ਬਣਾਉਣੀ ਸਾਨੂੰ ਪੈ ਜਾਏ ਜਿਸ ਤਰੀਕੇ ਸ਼ਕਲ ਤਬਦੀਲ ਕਰ ਰਹੀ ਹੈ। ਸੋ ਇੰਨੇ ਵੀ ਖੁਸ਼ ਹੋਣ ਦੀ ਗੱਲ ਨਹੀਂ ਕਿ ਅਸੀਂ ਨੈਗੇਟਿਵ ਹਾਂ, ਪਰਹੇਜ਼ ਫਿਰ ਵੀ ਕਰਨਾ ਹੀ ਪੈਣਾ ਹੈ। ਸੋ ਇਸ ਕਰਕੇ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸੁਰੱਖਿਅਤ ਰਹੀਏ ਇਸ ਵੇਲੇ। ਪਰ ਅਲਟੀਮੇਟਲੀ ਗੱਲ ਉਹੀ ਆਣੀ ਜੇ ਆਈਸੋਲੇਸ਼ਨ ਹੀ ਇੱਕ ਤਰੀਕਾ ਬਚਿਆ। ਹਾਂਜੀ ਬਿਲਕੁਲ ਇੱਕੋ ਇੱਕ ਤਰੀਕਾ ਜੇ। ਜੀ ਜੀ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਦੇ ਲਈ, ਤੇ ਬਹੁਤ ਧੰਨਵਾਦ ਸਾਰੇ ਸੁਣਨ ਵਾਲਿਆਂ ਦਾ ਵੀ। ਜੀ ਤੰਦਰੁਸਤ ਰਹੋ। ਜੀ ਧੰਨਵਾਦ।